तुद आगे अरदास हमारी, जियो पिंड सब तेरा। कहो नानक सब तेरी वड्याई, कोई नाम न जाने मेरा। कबीर पाटन ते उजर भला, राम भगत जैठाए। राम स्नेही बहारा, जमपुर मेरे पाए। कबीर गंग जमन के अंतरै, सहज सुन के घाट। तहाँ कबीरै मट किया, खोजत मुन जन बाट। परम सत्कारयोग सतगुਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਬਖਸ਼ ਹੋਈ ਹੈ। ਸਤਿਗੁਰਾਂ ਨੇ ਅੰਮ੍ਰਿਤ ਵੇਲਾ ਬਖਸ਼ ਕੀਤਾ ਹੈ। ਆਓ ਆਪਣੀ ਲੜੀਵਾਰ ਬਾਬਾ ਕਬੀਰ ਜੀ ਦੇ ਸ਼ਲੋਕਾਂ ਦੀ ਕਥਾ ਚੱਲਦੀ ਹੈ। ਆਓ ਆਪਾਂ ਅੱਗੇ ਵਿਚਾਰ ਕਰਦੇ ਹਾਂ। ਬਾਬਾ ਜੀ ਕੀ ਕਹਿ ਰਹੇ ਨੇ? ਕਬੀਰ ਪਾਟਨ ਤੇ ਉਜਰ ਭਲਾ, ਰਾਮ ਭਗਤ ਜੈ ਠਾਏ। ਪਾਟਨ ਹੁੰਦਾ ਸ਼ਹਿਰ, ਕਹਿੰਦੇ ਸ਼ਹਿਰ ਨਾਲੋਂ ਜੁੜਿਆ ਹੋਇਆ ਥਾਂ ਚੰਗਾ ਹੈ, ਜਿੱਥੇ ਪ੍ਰਭੂ ਦੇ ਭਗਤ ਪ੍ਰਭੂ ਦੇ ਗੁਣ ਗਾਉਂਦੇ ਹਨ। ਰਾਮ ਸਨੇਹੀ ਬਾਰਾ, ਜਮਪੁਰ ਮੇਰੇ ਭਾਏ। ਰਾਮ ਸਨੇਹੀ, ਸਨੇਹੀ ਪਿਆਰ ਕਰਨ ਵਾਲੇ ਨੂੰ ਕਹਿੰਦੇ ਨੇ ਸਨੇਹੀ। ਰਾਮ ਸਨੇਹੀ ਬਾਰਾ, ਪਰਮਾਤਮਾ ਨਾਲ ਪਿਆਰ ਕਰਨ ਵਾਲਿਆਂ ਤੋਂ ਸੁੰਝਾ ਥਾਂ। ਜਿਹੜਾ ਥਾਂ ਪਰਮਾਤਮਾ ਨਾਲ ਪਿਆਰ ਕਰਨ ਵਾਲੇ ਬੰਦਿਆਂ ਤੋਂ ਸੁੰਝਾ ਹੋਵੇ, ਮੈਨੂੰ ਤਾਂ ਉਹ ਨਰਕ ਜਾਪਦਾ ਹੈ। ਕਬੀਰ ਗੰਗ ਜਮਨ ਕੇ ਅੰਤਰੇ, ਸਹਿਜ ਸੁਨ ਕੇ ਘਾਟ। ਗੰਗ ਜਮਨ ਕੇ ਅੰਤਰੇ, ਗੰਗਾ ਜਮਨਾ ਤੇ ਸਰਸਵਤੀ ਦੇ ਮੇਲ ਨੂੰ ਕਹਿੰਦੇ ਨੇ। ਬਾਬਾ ਕਬੀਰ ਜੀ ਕਹਿ ਰਹੇ ਨੇ, ਜਿਉਂ ਜਿਉਂ ਮੈਂ ਜਪਿਆ ਪਰਵਤਗਾਰ, ਰੋੜੇ ਵਾਂਗ ਮੈਂ ਅਭਿਮਾਨ ਤਜਿਆ ਹੈ। ਜੈਸਾ ਹਰ ਹੀ ਹੋਏ ਵਾਲੀ ਮੇਰੀ ਅਵਸਥਾ ਬਣੀ ਹੈ। ਤੇ ਮੈਂ ਕਬੀਰ ਦੇ ਮਨ ਨੇ ਉਸ ਪਤਨ ਤੇ ਟਿਕਾਣਾ ਕੀਤਾ ਹੈ, ਜਿੱਥੇ ਸਹਿਜ ਅਵਸਥਾ ਪਦਾਰਥਾਂ ਦੇ ਫੁਰਨਿਆਂ ਵੱਲੋਂ ਸੁੰਝ ਹੈ, ਜਿੱਥੇ ਮਾਨੋ ਗੰਗਾ ਜਮਨਾ ਤੇ ਪਾਣੀਆਂ ਦਾ ਮਿਲਾਪ ਹੈ। ਵੱਖ-ਵੱਖ ਨਦੀਆਂ ਦੇ ਪਾਣੀ ਦਾ ਵੇਗ ਘਟ ਕੇ ਹੁਣ ਗੰਭੀਰਤਾ ਤੇ ਸ਼ਾਂਤੀ ਹੈ। ਤਹਾਂ ਕਬੀਰੇ ਮਟ ਕੀਆ, ਖੋਜਤ ਮਨ ਜਨ ਬਾਟ। ਬਾਬਾ ਕਬੀਰ ਜੀ ਕਹਿ ਰਹੇ ਨੇ, ਮੈਂ ਕਬੀਰ ਦਾ ਮਨ ਉਸ ਅਵਸਥਾ ਵਿੱਚ ਟਿਕ ਗਿਆ ਹੈ, ਜਿੱਥੇ ਆਪਣ ਦਾ ਰਸਤਾ ਸਾਰੇ ਰਿਸ਼ੀ ਲੋਕ ਵੀ ਭਾਲਦੇ ਰਹਿੰਦੇ ਹਨ। ਰਿਸ਼ੀ ਮੁਨੀ ਕਬੀਰ ਜੈਸੀ ਉਪਜੀ ਪੇੜ ਤੇ, ਜੋ ਤੈਸੀ ਦਿਵਹਿ ਓੜ। ਬਾਬਾ ਕਬੀਰ ਜੀ ਕਹਿ ਰਹੇ ਨੇ, ਹਿਰਦੇ ਵਿੱਚ ਸਦਾ ਲਈ ਟਿਕੀ ਰਹੇ ਜੇ ਅਜਿਹੀ ਕੋਮਲਤਾ ਮਨੁੱਖ ਦੇ ਹਿਰਦੇ ਵਿੱਚ ਸਦਾ ਲਈ ਟਿਕੀ ਰਹੇ,
ਊਚ ਭਵਨ ਕਨਕਾਮਨੀ ਦੇ ਸਿਖਰ ਧਜਾ, ਉਸ ਕੋਮਲਤਾ ਨੂੰ ਦੂਰ ਨਾ ਕਰ ਸਕਣ। ਮਨੁੱਖ ਸਹਿਜ ਸੁਣ ਕੇ ਘਾਟ ਉੱਤੇ ਸਦਾ ਆਸਣ ਲਾਈ ਰੱਖੇ ਤਾਂ ਉਸ ਮਨੁੱਖ ਦਾ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ ਹੀਰਾ ਕਿਸ ਕਾ ਬਾਬਰਾ, ਪੂਜੈ ਨਾ ਰਤਨ ਕਰੋੜ। ਕਹਿੰਦੇ ਕਿ ਹੀਰਾ ਕੀ ਹੈ, ਕਰੋੜਾ ਰਤਨ ਵੀ ਉਸ ਦੀ ਕੀਮਤ ਨਹੀਂ ਪਾ ਸਕਦੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਕਬੀਰਾ ਏਕ ਅਚੰਭੋ ਦੇਖਿਓ, ਹੀਰਾ ਹਾਟ ਬਕਾਏ। ਬਾਬਾ ਕਬੀਰ ਜੀ ਕਹਿ ਰਹੇ ਨੇ, ਕਬੀਰ ਜਗਤ ਵਿੱਚ ਮੈਂ ਇੱਕ ਅਚਰਜ ਮੂਰਖਤਾ ਦਾ ਤਮਾਸ਼ਾ ਵੇਖਿਆ ਹੈ। ਹੀਰਾ ਹੱਟੀ ਤੇ ਵਿਕ ਰਿਹਾ ਹੈ। ਵੰਜਨ ਹਾਰੇ ਬਾਹਰਾ, ਕੌਡੀ ਬਦਲੇ ਜਾਏ ਵੰਜਨ ਬਾਹਰਾ। ਖਰੀਦਣ ਵਾਲਾ ਨਾ ਹੋਣ ਕਰਕੇ, ਕਿਸੇ ਨੇ ਵੰਜ ਕਰਨ ਦੀ ਜਾਂਚ ਨਾ ਹੋਣ ਕਰਕੇ, ਚੂਕ ਕਿਸੇ ਨੂੰ ਇਸ ਦੀ ਕਦਰ ਪਛਾਣ ਨਹੀਂ ਹੈ। ਇਹ ਕੌਡੀਆਂ ਦੇ ਭਾਅ ਜਾ ਰਿਹਾ ਹੈ, ਜਾਈ ਜਾ ਰਿਹਾ ਹੈ। ਕਬੀਰਾ ਜਹਾਂ ਗਿਆਨ ਤੈ ਧਰਮ ਹੈ, ਜਹਾਂ ਝੂਠ ਤੇ ਤਹਾਂ ਪਾਪ। ਕਹਿੰਦੇ ਜਨਮ ਮਨੋਰਥ ਦੇ ਪੂਰਾ ਕਰਨ ਦੀ ਫਰਜ਼ੀ ਸਨਾਸੀ ਸਿਰਫ ਉੱਥੇ ਹੋ ਸਕਦੀ ਹੈ ਜਿੱਥੇ ਸਮਝ ਹੋਵੇ ਕਿ ਹੀਰਾ ਜਨਮ ਕਾਹਦੇ ਲਈ ਮਿਲਿਆ ਹੈ। ਜਹਾਂ ਲੋਭ ਤੈ ਕਾਲ ਹੈ, ਜਹਾਂ ਖਿਮਾ ਤੈ ਆਪ। ਪਰ ਜਿਸ ਮਨੁੱਖ ਦੇ ਅੰਦਰ ਝੂਠ ਅਤੇ ਲੋਭ ਦਾ ਜ਼ੋਰ ਹੋਵੇ, ਉੱਥੇ ਧਰਮ ਦੇ ਥਾਂ ਪਾਪ ਅਤੇ ਆਤਮਿਕ ਮੌਤ ਹੀ ਹੋ ਸਕਦੇ ਹਨ। ਉਹ ਜੀਵਨ ਕੌਡੀ ਬਦਲੇ ਹੀ ਜਾਣਾ ਹੋਇਆ। ਪ੍ਰਮਾਤਮਾ ਦਾ ਨਿਵਾਸ ਸਿਰਫ ਉਸ ਹਿਰਦੇ ਵਿੱਚ ਹੁੰਦਾ ਹੈ ਜਿੱਥੇ ਸ਼ਾਂਤੀ ਹੁੰਦੀ ਹੈ, ਜਿੱਥੇ ਖਿਮਾ ਹੁੰਦੀ ਹੈ, ਉੱਥੇ ਪ੍ਰਮਾਤਮਾ ਆਪ ਹੁੰਦਾ ਹੈ। ਜਹਾਂ ਲੋਭ ਤੈ ਕਾਲ ਹੈ, ਜਹਾਂ ਖਿਮਾ ਤੈ ਆਪ। ਕਬੀਰ ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਹੁਣ ਬਾਬਾ ਕਬੀਰ ਜੀ ਕਹਿ ਰਹੇ ਨੇ, ਜੇ ਮਾਇਆ ਤਾਜ ਦਿੱਤੀ, ਤਿਆਗ ਦਿੱਤੀ ਤਾਂ ਕੁਝ ਨਹੀਂ ਸਵਾਰਦਾ। ਜੇ ਹੰਕਾਰ ਹੀ ਨਾ ਤਿਆਗਿਆ ਗਿਆ। ਮਾਨ ਮੁੜੀ ਮਨਵਰੋਂ ਗਲੇ, ਮਾਨ ਸਭੇ ਕੋ ਖਾਹੇ। ਕਹਿੰਦੇ ਵੱਡੇ ਵੱਡੇ ਰਿਸ਼ੀ ਮੁਨੀ ਤਿਆਗ ਦੇ ਸਮਾਨ ਹੰਕਾਰ ਵਿੱਚ ਗਲ ਜਾਂਦੇ ਹਨ। ਇਹ ਮਾਨ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਮਾਨ ਹਰੇਕ ਨੂੰ ਖਾ ਜਾਂਦਾ ਹੈ। ਜੋ ਵੀ ਪ੍ਰਾਣੀ ਹੰਕਾਰ ਕਰਦਾ ਹੈ, ਉਸ ਦਾ ਆਤਮਿਕ ਜੀਵਨ ਖਤਮ ਹੋ ਜਾਂਦਾ ਹੈ। ਕਬੀਰ ਸਾਚਾ ਸਤਿਗੁਰੂ ਮੈਂ ਮਿਲਿਆ, ਸ਼ਬਦ ਜੋ ਵਾਹਿਆ ਏਕ। ਹੀਰਾ ਜਨਮ ਬਚਾਉਣ ਲਈ ਮੈਨੂੰ ਗ੍ਰਸਤ ਤਿਆਗਣ ਦੀ ਲੋੜ ਹੀ ਨਾ ਪਈ। ਮੈਨੂੰ ਪੂਰਾ ਗੁਰੂ ਮਿਲ ਪਿਆ ਹੈ। ਉਸ ਨੇ ਇੱਕ ਸ਼ਬਦ ਸੁਣਾਇਆ ਜੋ ਮੈਨੂੰ ਤੀਰ ਵਾਂਗ ਲੱਗਿਆ ਹੈ। ਲਾਗਤ ਹੀ ਭਏ ਮਿਲ ਗਿਆ, ਭਰਿਆ ਕਲੇਜੇ ਛੇਕ। ਕਹਿੰਦੇ ਮੇਰਾ ਹਿਰਦਾ ਗੁਰੂ ਚਰਨਾਂ ਵਿੱਚ ਪਰੋਤਾ ਗਿਆ ਤੇ ਮੇਰਾ ਹੰਕਾਰ ਮਿੱਟੀ ਵਿੱਚ ਮਿਲ ਗਿਆ। ਕਬੀਰ ਸਾਚਾ ਸਤਿਗੁਰੂ ਕਿਆ ਕਰੇ, ਜੋ ਸਿੱਖਾਂ ਮੈਂ ਚੂਕ। ਪਰ ਇਹ ਬਾਬਾ ਕਬੀਰ ਜੀ ਕਹਿ ਰਹੇ ਨੇ, ਜੇ ਸਿੱਖਾਂ ਵਿੱਚ ਇਕਾਈ ਹੋਵੇ ਤਾਂ ਸਤਿਗੁਰੂ ਵੀ ਕੁਝ ਸਵਾਰ ਨਹੀਂ ਸਕਦਾ। ਇਸ ਹੀਰੇ ਜਨਮ ਨੂੰ ਕੌਡੀ ਬਦਲੇ ਜਾਂਦੇ ਨੂੰ ਬਚਾ ਨਹੀਂ ਸਕਦਾ। ਕਬੀਰ ਸਾਚਾ ਸਤਿਗੁਰੂ ਕਿਆ ਕਰੇ ਜੋ ਸਿੱਖਾਂ ਮੈਂ ਚੁੱਪ। ਅੰਧੇ ਏਕ ਨਾ ਲਾਗੀ, ਜੋ ਬਾਂਸ ਵਜਾਈਏ ਫੂਕ। ਜੇ ਮਨੁੱਖ ਹੰਕਾਰ ਵਿੱਚ ਅੰਨਾ ਹੋਇਆ ਰਹੇ, ਗੁਰੂ ਦੀ ਸਿੱਖਿਆ ਦੀ ਕੋਈ ਵੀ ਗੱਲ ਉਸ ਨੂੰ ਪਹੁ ਨਹੀਂ ਸਕਦੀ। ਜਿਵੇਂ ਫੂਕ ਮਾਰਿਆ ਬਾਂਸ ਦੀ ਬੰਸਰੀ ਵੱਜਣ ਲੱਗ ਪੈਂਦੀ ਹੈ, ਪਰ ਫੂਕ ਇੱਕ ਸਿਰੇ ਤੋਂ ਲੰਘ ਕੇ ਦੂਜੇ ਸਿਰੇ ਰਾਹ ਬਾਹਰ ਨਿਕਲ ਜਾਂਦੀ ਹੈ। ਤਿਵੇਂ ਹੰਕਾਰ ਦੇ ਇੱਕ ਕੰਨ ਤੋਂ ਦੂਜੇ ਕੰਨ ਰਾਹੀਂ ਸਿੱਖਿਆ ਅਸਰ ਕਰਨ ਤੋਂ ਬਿਨਾਂ ਹੀ ਨਿਕਲ ਜਾਂਦੀ ਹੈ। ਚੁੰਚ ਗਿਆਨੀ ਉਹ ਭਾਵੇਂ ਬਣ ਜਾਏ,
ਭਾਵੇਂ ਉਹ ਜਿੰਨਾ ਮਰਜੀ ਗਿਆਨੀ ਗਿਆਨ ਉਸ ਨੂੰ ਪ੍ਰਾਪਤ ਹੋਏ, ਅੰਧੇਕ ਨਾ ਲੱਗੀ ਜੋ ਬਾਂਸ ਵਜਾਈਏ ਫੂਕ। ਕਬੀਰ ਹੈ ਗਏ ਬਾਨ ਸਗਨ ਧਨ ਛਤਰਪਤੀ ਕੀ ਨਾਰ। ਕਹਿੰਦੇ ਉਸ ਇਸਤਰੀ ਦੀ ਬਰਾਬਰੀ ਉਸ ਛਤਰਪਤੀ ਰਾਜੇ ਦੀ ਰਾਣੀ ਵੀ ਨਹੀਂ ਕਰ ਸਕਦੀ, ਜਿਸ ਦੇ ਪਾਸ ਸਵਾਰੀ ਲਈ ਬੇਅੰਤ ਘੋੜੇ ਹਾਥੀ ਹੋਣ। ਤਾਸ ਪਟੰਤਰ ਨਾ ਪੂਜੈ ਹਰ ਜਨ ਕੀ ਪਨਹਾਰ। ਜੋ ਇਸਤਰੀ ਪ੍ਰਮਾਤਮਾ ਦਾ ਭਜਨ ਕਰਨ ਵਾਲੇ ਗੁਰਮੁਖਾਂ ਦਾ ਪਾਣੀ ਭਰਨ ਦੀ ਸੇਵਾ ਕਰਦੀ ਹੈ, ਉਹ ਭਾਵੇਂ ਕਿਤਨੀ ਵੀ ਗਰੀਬ ਕਿਉਂ ਨਾ ਹੋਵੇ। ਕਬੀਰ ਨਿਰਪ ਨਾਰੀ ਕਿਉ ਨਿੰਦੀਐ ਕਿਉਂ ਹਰ ਚੇਰੀ ਕੋ ਮਾਨ। ਬਾਬਾ ਕਬੀਰ ਜੀ ਕਹਿ ਰਹੇ ਨੇ, ਅਸੀਂ ਉਸ ਰਾਣੀ ਨੂੰ ਕਿਉਂ ਮਾੜੀ ਆਖਦੇ ਹਾਂ ਤੇ ਸੰਤ ਜਨਾਂ ਦੀ ਸੇਵਾ ਕਰਨ ਵਾਲੀ ਨੂੰ ਕਿਉਂ ਆਦਰ ਦਿੰਦੇ ਹਾਂ। ਉਹ ਮੰਗ ਸਵਾਰੇ ਵਿਖੇ ਕੋ ਉਹ ਸਿਮਰੇ ਹਰ ਨਾਮ। ਇਸ ਦਾ ਕਾਰਨ ਹੈ ਕਿ ਨਿਰਪ ਨਾਰੀ ਤਾਂ ਸਦਾ ਕਾਮ ਵਾਸਨਾ ਦੀ ਖਾਤਰ ਪੱਟੀਆਂ ਢਾਲਦੀ ਰਹਿੰਦੀ ਹੈ, ਪਰ ਸੰਤ ਜਨਾਂ ਦੀ ਟਹਿਲਣ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਦਾ ਨਾਮ ਸਿਮਰਦੀ ਹੈ। ਕਬੀਰ ਥੂਨੀ ਪਈ ਥਿਤ ਭਈ ਸਤਿਗੁਰ ਬੰਧੀ ਧੀਰ। ਜਿਸ ਮਨੁੱਖ ਨੂੰ ਸਤਿਗੁਰ ਦੇ ਸ਼ਬਦ ਦਾ ਸਹਾਰਾ ਮਿਲ ਜਾਂਦਾ ਹੈ, ਜਿਸ ਨੂੰ ਗੁਰੂ ਊਚ ਭਵਕਾਨ ਕਾਮਨੀ ਹੈ ਗੈ ਬਾਣ ਭਟਕਣੋਂ ਬਚਾ ਲੈਂਦਾ ਹੈ, ਉਸ ਦਾ ਮਨ ਪ੍ਰਭੂ ਦੇ ਚਰਨਾਂ ਵਿੱਚ ਟਿਕ ਜਾਂਦਾ ਹੈ। ਕਬੀਰ ਹੀਰਾ ਬਣਜਿਆ ਮਾਨ ਸਰੋਵਰ ਤੀਰ। ਬਾਬਾ ਕਬੀਰ ਜੀ ਕਹਿੰਦੇ ਨੇ, ਆਪਣਾ ਮਨ ਸਤਿਗੁਰ ਦੇ ਹਵਾਲੇ ਕਰਕੇ ਉਹ ਮਨੁੱਖ ਸਤ ਸੰਗ ਵਿੱਚ ਪ੍ਰਮਾਤਮਾ ਦਾ ਅਮੋਲਕ ਨਾਮ ਖਰੀਦਦਾ ਹੈ। ਕਬੀਰ ਹਰ ਹੀਰਾ ਜਨ ਜੋਰੀ ਲੈ ਕੇ ਮਾਂਡੇ ਹਾਟ। ਪ੍ਰਮਾਤਮਾ ਦਾ ਨਾਮ ਮਾਨੋ ਹੀਰਾ ਹੈ, ਪ੍ਰਮਾਤਮਾ ਦਾ ਸੇਵਕ ਉਸ ਹੀਰੇ ਦਾ ਵਪਾਰੀ ਹੈ। ਇਹ ਹੀਰਾ ਹਾਸਲ ਕਰਕੇ ਉਹ ਆਪਣੇ ਹਿਰਦੇ ਨੂੰ ਸੋਹਣਾ ਸਜਾਉਂਦਾ ਹੈ। ਜਬ ਹੀ ਪਾਈ ਹੈ ਪਾਰਖੂ ਤਬ ਹੀਰਨ ਕੀ ਸਾਠ। ਕਹਿੰਦੇ ਜਦੋਂ ਨਾਮ ਹੀਰੇ ਦੀ ਕਦਰ ਜਾਣਨ ਵਾਲੇ ਇਹ ਸੇਵਕ ਸਤ ਸੰਗ ਵਿੱਚ ਮਿਲਦੇ ਹਨ, ਤਦੋਂ ਪ੍ਰਮਾਤਮਾ ਦੇ ਗੁਣਾਂ ਦੀ ਸਾਂਝ ਬਣਾਉਂਦੇ ਹਨ, ਭਾਵ ਰਲ ਕੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਨ। ਕਬੀਰ ਕਾਮ ਪਰੇ ਹਰ ਸਿਮਰਿਐ ਐਸਾ ਸਿਮਰੋ ਨਿਤ। ਕਹਿੰਦੇ ਕੋਈ ਗਰਜ ਪੈਣ ਤੇ ਜਿਸ ਤਰ੍ਹਾਂ ਭਾਵ ਜਿਸ ਖਿੱਚ ਤੇ ਪਿਆਰ ਨਾਲ ਪ੍ਰਮਾਤਮਾ ਨੂੰ ਯਾਦ ਕਰੀਦਾ ਹੈ, ਜੇ ਉਸੇ ਖਿੱਚ ਪਿਆਰ ਨਾਲ ਉਸ ਨੂੰ ਸਦਾ ਹੀ ਯਾਦ ਕਰੋ। ਅੰਬਰਾਪੁਰ ਵਾਸਾ ਕਰੋ ਹਰ ਗਿਆ ਬਹੋਰੇ ਬਿਤ। ਅਮਰਾਪੁਰ ਉਹ ਪੁਰੀ ਜਿੱਥੇ ਅਮਰ ਹੋ ਜਾਈਦਾ ਹੈ, ਉਹ ਪੁਰੀ ਜਿੱਥੇ ਜਨਮ ਮਰਨ ਦੇ ਗੇੜ ਤੋਂ ਬਚ ਜਾਈਦਾ ਹੈ। ਬਾਬਾ ਜੀ ਕਹਿ ਰਹੇ ਨੇ, ਤਾਂ ਉਸ ਥਾਂ ਤੇ ਟਿਕ ਜਾਓ ਜਿੱਥੇ ਅਮਰ ਹੋ ਜਾਈਦਾ ਹੈ ਅਤੇ ਸੁੰਦਰ ਗੁਣ ਪਦਾਰਥਾਂ ਪਿੱਛੇ ਦੌੜ ਦੌੜ ਕੇ ਗਵਾ ਚੁੱਕੇ ਹੁੰਦੇ ਹਨ। ਉਹ ਗੁਣ ਪ੍ਰਭੂ ਮੁੜ ਸਿਮਰਨ ਕਰਨ ਵਾਲੇ ਦੇ ਹਿਰਦੇ ਵਿੱਚ ਪੈਦਾ ਕਰ ਦਿੰਦਾ ਹੈ। ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ ਰਾਮ। ਬਾਬਾ ਜੀ ਕਹਿ ਰਹੇ ਨੇ, ਇੱਕ ਸੰਤ ਤੇ ਇੱਕ ਪ੍ਰਮਾਤਮਾ ਮੁਕਤੀ ਅਤੇ ਪ੍ਰਭੂ ਮਿਲਾਪ ਦੀ ਖਾਤਰ ਇਹਨਾਂ ਦੋਵਾਂ ਦੀ ਸੇਵਾ ਪੂਜਾ ਕਰਨੀ ਚਾਹੀਦੀ ਹੈ। ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਕਿਉਂਕਿ ਮੈਕ ਬੰਧਨਾਂ ਤੋਂ ਖਲਾਸੀ ਦੇਣ ਵਾਲਾ ਪ੍ਰਮਾਤਮਾ ਆਪ ਹੈ ਅਤੇ ਸੰਤ ਗੁਰਮੁਖ ਉਸ ਪ੍ਰਮਾਤਮਾ ਦਾ ਨਾਮ ਸਿਮਰਨ ਵੱਲ ਪ੍ਰੇਰਦੇ ਹਨ, ਉਸ ਦਾ ਸਿਮਰਨ ਕਰਵਾਉਂਦੇ ਹਨ। ਕਬੀਰ ਜੈ ਮਾਰਗ ਪੰਡਤ ਗਏ ਪਾਸ਼ੇ ਪਰੀ ਬਹੀਰ। ਤੀਰਥ ਵਰਤ ਜਿਸ ਰਸਤੇ ਉੱਤੇ ਪੰਡਤ ਲੋਕ ਤੁਰ ਰਹੇ ਹਨ, ਇਹ ਰਾਹ ਚੂੰਟ ਸੌਖਾ ਹੈ। ਬੜੇ ਲੋਕ ਉਹਨਾਂ ਦੇ ਪਿੱਛੇ ਪਿੱਛੇ ਲੱਗੇ ਹੋਏ ਹਨ। ਇੱਕ ਅਵ ਘਟ ਘਾਟੀ ਰਾਮ ਕੀ ਤੈ ਚੜ ਰਹਿਓ ਕਬੀਰ। ਕਹਿੰਦੇ ਅਵ ਘਟ ਘਾਟੀ ਔਖੀ ਘਾਟੀ, ਔਖਾ ਚੜਾਈ ਦਾ ਪੈਂਡਾ,
पर परमात्मा दे सिमरन दा रस्ता मानो एक औखा पहाड़ी रस्ता है। कबीर इन्हां पंडितां लोकां नूं छड्ड के चढ़ाई वाला पेंडा कर रहा है। कबीर दुनिया के दोखे कबीर दुनिया के दोखे मुआ चालत कुल की कान। दुनिया के दोखे इस फिक्र विच के दुनिया की आखेगी, मुआ मर जाता है। मनुख आम तौर ते कुल्लां रीत अनुसार ही तुरदा है। इस ख्याल नाल कि दुनिया की आखेगी, लोकाचारी नूं छड्ड के भगती सत्संग वाले रस्ते वल नहीं आउंदा। इस तरह आत्मक मौते मर जाता है। तब कुल किसका लाजसी जब ले धरे मसान। ਇਹ ਨਹੀਂ ਸੋਚਦਾ ਕਿ ਜਦੋਂ ਮੌਤ ਆ ਗਈ ਤਦੋਂ ਇਹ ਕੁੱਲਾਂ ਰੀਤਾਂ ਆਪੇ ਛੁੱਟ ਜਾਣੀਆਂ ਹਨ। ਸਿਮਰਨ ਭਗਤੀ ਤੋਂ ਵਾਂਝੇ ਰਹਿ ਕੇ ਜੋ ਖੁਆਰੀ ਖੱਟੀ ਉਸ ਦੇ ਕਾਰਨ ਕਿਸ ਦੀ ਕੁੱਲ ਨੂੰ ਨਮੋਛੀ ਆਵੇਗੀ। ਕਬੀਰ ਡੁੱਬਹਿ ਕੋ ਰੇ ਵਾਪਰੇ ਬਹੁ ਲੋਕਨ ਕੀ ਕਾਣ। ਲੋਕ ਰਾਜ ਵਿੱਚ ਫਸ ਕੇ ਭਗਤੀ ਤੋਂ ਵਾਂਝੇ ਰਹਿਣ ਵਾਲੇ ਬੰਦੇ ਨੂੰ ਆਖ ਇਹ ਮੰਦਭਾਗੀ ਮਨੁੱਖ ਬਹੁਤਾ ਲੋਕ ਲਾਜ ਵਿੱਚ ਹੀ ਰਿਹਾ ਹੈ। ਲੋਕ ਲਾਜ ਵਿੱਚ ਹੀ ਡੁੱਬ ਜਾਏਗਾ, ਆਤਮਕ ਮੌਤੇ ਮਰ ਜਾਏਗਾ। पड़ोसी के जो हुआ तू आपने भी जान। पड़ोसी पड़ोसी गवांढी इत्थे सदा बैठ नहीं रहना। जो मौत किसी गवांढी दे आ रही है, चेता रखो तेरे उत्ते भी आउणी है। कबीर भली मधु मधु करी नाना विद को नाज। ਕਹਿੰਦੇ ਜਾਇਦਾਤਾਂ ਦੀਆਂ ਮੱਲਾਂ ਮੱਲਣ ਨਾਲੋਂ ਮੰਗਤਾ ਬਣ ਕੇ ਘਰ ਘਰ ਤੋਂ ਮੰਗੀ ਹੋਈ ਰੋਟੀ ਖਾ ਲੈਣੀ ਚੰਗੀ ਹੈ। ਜਿਸ ਵਿੱਚ ਘਰ ਘਰ ਤੋਂ ਮੰਗਣ ਕਰਕੇ ਕਈ ਕਿਸਮਾਂ ਦਾ ਅੰਨ ਹੁੰਦਾ ਹੈ। ਦਾਵਾ ਕਹੋ ਕੋ ਨਹੀਂ, ਵੱਡ ਦੇਸ਼ ਬੜਾ ਦੇਸ਼ ਵੱਡ ਰਾਜ। ਮੰਗਤਾ ਕਿਸੇ ਜਾਇਦਾਦ ਅਤੇ ਮਲਕੀਅਤ ਦਾ ਹੱਕ ਨਹੀਂ ਬਣਦਾ। ਸਾਰਾ ਦੇਸ਼ ਉਸ ਦਾ ਆਪਣਾ ਦੇਸ਼ ਹੈ, सारा राज उसका अपना राज है। कबीर दावे दाजन होता है, निर्दावे रहे निसंक। मलकीता बनाया मनुख दे अंदर खिंज सड़न पैदा होती है। जो मनुख कोई मलकीयत नहीं बनाउंदा उसनूं कोई चिंता फिक्र नहीं रहिंदा। जो जन निर्दावे रहे सो गने इंदर सो रंक। रंक हुंदा कंगाल। जो मनुख जायदादां दीआं मलकीतां नहीं बनाउंदा ਉਹ ਇੰਦਰ ਦੇਵਤੇ ਵਰਗਿਆਂ ਨੂੰ ਵੀ ਕੰਗਾਲ ਸਮਝਦਾ ਹੈ। ਭਾਵ ਉਹ ਕਿਸੇ ਧਨਾੜ ਦੀ ਕੁਸ਼ਾਮੰਦ ਨਹੀਂ ਕਰਦਾ ਫਿਰਦਾ। ਕਬੀਰ ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ। ਸਰੋਵਰ ਕੰਢਿਆਂ ਤੱਕ ਨੱਕਾ ਨੱਕ ਪਾਣੀ ਨਾਲ ਭਰਿਆ ਹੋਇਆ ਹੈ, ਪਰ ਦਾਵੇ ਦਾਜਨ ਦੇ ਕਾਰਨ ਇਹ ਪਾਣੀ ਕਿਸੇ ਨੂੰ ਦਿਸਦਾ ਹੀ ਨਹੀਂ। ਇਸ ਵਾਸਤੇ ਕੋਈ ਮਨੁੱਖ ਪਾਣੀ ਪੀ ਨਹੀਂ ਸਕਦਾ। ਭਾਗ ਵੱਡੇ ਤੇ ਪਾਇਓ ਤੂੰ ਭਰ ਭਰ ਪੀਓ ਕਬੀਰ। ਤੇ ਨੀਰ ਲੱਭ ਲਿਆ ਹੈ ਭਰ ਭਰ, ਪਿਆਲੇ ਭਰ ਭਰ ਕੇ ਰੱਜ ਰੱਜ ਕੇ। ਕਹਿੰਦੇ ਇਹ ਕਬੀਰ ਜੀ ਕਹਿ ਰਹੇ ਨੇ ਚੰਗੇ ਭਾਗਾਂ ਨਾਲ ਤੈਨੂੰ ਇਹ ਪਾਣੀ ਦਿਸ ਪਿਆ ਹੈ, ਤੂੰ ਹੁਣ ਪਿਆਲੇ ਭਰ ਭਰ ਕੇ ਪੀ, ਮੌਜ ਨਾਲ ਸਵਾਸ ਸਵਾਸ ਨਾਮ ਜਪ। ਇਸ ਸਵਾਸ ਸਵਾਸ ਨਾਮ ਜਪ ਬਾਬਾ ਕਬੀਰ ਜੀ ਕਹਿ ਰਹੇ ਨੇ। ਆਓ ਆਪਾਂ ਵੀ ਸਿਮਰਨ ਕਰੀਏ, ਆਪਾਂ ਵੀ ਉਸ ਪਰਮ ਪਿਤਾ ਪਰਮਾਤਮਾ ਨਾਲ ਸਾਡਾ ਵੀ ਮਿਲਾਪ ਹੋ ਜਾਵੇ। ਉਸ ਵਾਹਿਗੁਰੂ ਦੇ ਨਾਲ ਭਈ ਪ੍ਰਾਪਤ ਮਾਨਕ ਦੇ ਹੋਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਇਹੀ ਵਾਰੀ ਹੈ, ਆਓ ਆਪਾਂ ਵੀ ਸਵਾਸ ਸਵਾਸ ਸਿਮਰਨ ਕਰੀਏ ਜੀ। ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ, ਜਿਸ ਦੇ ਸਦਕਾ ਆਪਾਂ ਨੂੰ ਸਤ ਸੰਗ ਦੀਆਂ ਕੜੀਆਂ ਪ੍ਰਾਪਤ ਹੋਈਆਂ ਜੀ। ਆਓ ਹਰ ਵੇਲੇ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰ ਵੇਲੇ ਸਿਮਰਨ ਕਰਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।